ਇੰਦਰੀਆਂ ਨੂੰ ਕਾਬੂ ਰੱਖਣਾ ਜਦ ਵੀ ਮਰਦ ਕਿਉਂਕਿ ਜਦ ਦੀ ਦੁਕਾਨ ਹੋਵੇ ਤੇ ਢੀਰ 'ਚ ਸੁਨਿਆਰਾ ਹੋਵੇ, ਢੀਰ 'ਚ ਇਹਨੂੰ ਸਹਿਣਸ਼ੀਲਤਾ ਵੀ ਅਸੀਂ ਕਹਿ ਸਕਦੇ ਹਾਂ। ਕੱਲ੍ਹ ਦਾਸ ਨੇ ਇਸ ਵਿਸ਼ੇ 'ਚ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ 'ਚੋਂ ਇੱਕ ਘਟਨਾ ਆਪ ਜੀ ਨਾਲ ਸਾਂਝੀ ਕੀਤੀ ਸੀ ਕਿ ਇੰਨੀ ਸਹਿਣਸ਼ੀਲਤਾ ਨੂੰ ਅਰਜਨ ਸਾਹਿਬ ਨੂੰ ਹੋ ਸਕਦੀ ਹੈ। ਉਹ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਕਿ ਉਹਦੀ ਧਰਤੀ 'ਤੇ ਬਿਠਾਵੇ ਅਤੇ ਮਹਾਰਾਜ ਉੱਥੇ ਬੜੇ ਨਾਮ ਨਾਲ ਬਾਣੀ ਪੜ੍ਹਦੇ ਹੁੰਦੇ ਅਤੇ ਸਹਿਣਸ਼ੀਲਤਾ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਚੁਣ ਸਕਦੀ ਹੈ। ਮਹਾਰਾਜ ਕਹਿੰਦੇ ਜਦ ਦੀ ਦੁਕਾਨ ਹੋਵੇ ਅਤੇ ਧੀਰਜ ਕੀ ਉੱਤੇ ਸੁਨਿਆਰ ਬੈਠਾ ਹੋਵੇ, ਸਾਡੀ ਮੱਤ ਅਹਿਲ ਹੋਵੇ ਔਰ ਜਿਹੜਾ ਧਿਆਨ ਹੈ ਉਹ ਗਿਆਨ ਹੋਵੇ। ਦੇਖਦਾ ਜਿੱਥੇ ਗਿਆਨ ਹੈ। ਆਪਾਂ ਨੇ ਵਚਨ ਪੜ੍ਹੇ ਹਸਤੀ ਸਿਰ ਜਿਉ ਆਪਸ ਹੈ ਅਹਿਲ ਜਿਉ ਸਿਰ ਦੇ ਮਨ ਤਨ ਆਗੇ ਲਾਗਟ ਉਹਦੀ ਸੇਵ। ਕਦੇ ਮੱਤ ਸਾਡੀ ਅਹਿਰਨ ਦੀ ਤਰ੍ਹਾਂ ਹੋਵੇ। ਅਹਿਰਨ ਦੇ ਇੱਥੇ ਆਪਾਂ ਸਰਪ ਕੀਤੇ ਹੈ ਕਿ ਉੱਥੇ ਦਾਸ ਨੇ ਬੜਾ ਮੇਰੀ ਵਿਚਾਰ ਹੁੰਦੀ ਬਹੁਤ ਮੇਰੀ ਵਿਚਾਰ ਸਾਂਝੀ ਕੀਤੀ ਹੈ। ਅਹਿਰਨ ਕਹਿੰਦੇ ਨੇ ਉਹ ਚਲੋ ਇੱਥੇ ਤੇ ਸੁਨਿਆਰਾ ਅਹਿਰਨ ਦੇ ਉੱਪਰ ਸੋਨੇ ਨੂੰ ਘੜਦਾ ਅਤੇ ਉੱਥੇ ਬਹੁਤ ਹੀ ਸੱਟ ਵੀ ਵੱਜਦੀ ਹੈ, ਸੋਨਾ ਕੱਢ ਲੱਗਿਆ। ਜਿਹੜੇ ਦੁਆਰਾਂ ਦੇ ਕੋਲ ਹੁੰਦੀ ਹੈ ਇਹਨਾਂ ਦੇ ਉੱਪਰ ਰੱਖ ਕੇ ਨਾ ਲੋਹੇ ਦੀ ਸ਼ੇਪ ਦਿੰਦੇ ਨੇ, ਕੁੱਟਦੇ ਨੇ ਅਤੇ ਅਹਿਰਨ ਦੇ ਕੰਢੇ ਥੱਲੇ ਨੂੰ ਖੜੇ ਹੁੰਦੇ ਆ, ਪਾਸੋਂ ਕੁੱਟ ਕੇ ਨਾ ਥੱਲੇ ਨੂੰ ਕੱਢ ਦਿੰਦੀ ਹੈ ਅਤੇ ਉਹ ਕਦੇ ਦੁੱਖ ਵੀ ਨਹੀਂ ਬਣਾਉਂਦੀ। ਅਤੇ ਮਹਾਰਾਜ ਨੇ ਕਿਹਾ ਗਿਆਨ ਹਥਿਆਰ ਉਹਦੇ ਉੱਪਰ ਅਤੇ ਅਹਿਰਨ ਤੇਰੀ ਮੱਤ ਹੋਵੇ ਅਤੇ ਫਿਰ ਸਤਿਗੁਰਾਂ ਨੇ ਅੱਗੇ ਬਖਸ਼ਿਸ਼ ਕੀਤੀ ਘੜਿਆ ਵੀ ਜਾਏਗਾ। ਖੰਦਾ ਖੰਦਾ ਕਹਿੰਦੇ ਨੇ ਧੁੱਪ ਘੜੀਆਂ ਇੱਕ ਸੁਨਿਆਰੇ ਵੀਰ ਦੇ ਹੱਥ 'ਚ ਹੁੰਦੀ ਪਾਈਪ ਜੀ ਜਿਹਦੇ ਨਾਲ ਫੂਕ ਮਾਰ ਕੇ ਅੱਗ ਨੂੰ ਤੇਜ਼ ਕਰਦਾ ਹੈ। ਮਹਾਰਾਜ ਕਹਿੰਦੇ ਉਹ ਪ੍ਰੇਮ ਰੂਪੀ ਖੰਦਾ ਹੋਵੇ ਅਗਨ ਤਪ ਤਾਉ। ਅਗਨ ਜਿਹੜੀ ਤਪ ਤਾਉ ਹੋਵੇ ਵੀ ਉਹ ਜਿਹੜੇ ਤਪ ਤਾ ਲਿਆ ਹੁਣ ਸਿੱਖ ਨੇ ਤੇ ਕੋਈ ਕੋਲ ਨਹੀਂ ਬੈਠਣਾ ਹੈ, ਕੋਈ ਜੰਗਲਾਂ 'ਚ ਜਾ ਕੇ ਨਹੀਂ ਬੈਠਣਾ। ਸਿੱਖ ਦਾ ਤੇ ਤਪ ਇਹ ਹੀ ਹੈ ਕਿ ਉਹ ਕਾਲਾਂ ਨੂੰ ਬੱਚਾ ਮਨ ਵਿੱਚ ਬੱਚਾ ਕਾਲਜ 'ਚ ਪੜ੍ਹਦਾ ਹੈ। ਉੱਥੇ ਅਨੇਕਾਂ ਹੋਰ ਵੀ ਧਰਮਾਂ ਦੇ ਵੀ ਹੋ ਸਕਦੇ, ਹੋਰ ਮਤ ਦੇ ਵੀ ਬੱਚੇ ਹੋ ਸਕਦੇ ਅਤੇ ਉਹ ਬੱਚਾ ਆਪਣੇ ਆਪ ਨੂੰ ਨਸ਼ੇ ਤੋਂ ਬਚਾ ਕੇ ਰੱਖੇ, ਉਹ ਆਪਣੇ ਕੇਸ ਨਾਲ ਕਤਲ ਕਰਾਵੇ। ਹਾਲਾਂਕਿ ਉੱਥੇ ਹੋਰ ਵੀ ਬੱਚੇ ਜਿਨ੍ਹਾਂ ਦੇ ਕੇਸ ਵੀ ਕਤਲ ਨਸ਼ੇ ਦਾ ਵੀ ਸੇਵਨ ਹੋ ਸਕਦਾ ਕਰਦੇ ਹੋਣਾ। ਅਤੇ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਬਚਾਉਣਾ ਹੀ ਤੇ ਬਹੁਤ ਵੱਡਾ ਤਪ ਹੈ। ਜਦ ਕੁਝ ਚਲੋ ਜਦੋਂ ਆਪਾਂ ਤੇ ਸਕਦੇ ਹਾਂ ਕੁਝ ਮਰਿਆਦਾ ਮਹਾਰਾਜ ਸਾਨੂੰ ਦੱਸਦੇ ਹੈ ਕਿ ਆਹ ਚੀਜ਼ ਖਾਣੀ ਹੈ ਕਿ ਆਹ ਨਹੀਂ, ਇਹ ਵੀ ਇੱਕ ਤਪ ਹੀ ਹੈ। ਮਹਾਰਾਜ ਕਹਿੰਦੇ ਚਲੋ ਇੱਥੇ ਡਾਲ ਰੋਟੀ ਜਿਹੜਾ ਉਹ ਪਾਉਂਦੇ ਆ ਅਤੇ ਦੋ ਤਰੀਕੇ ਨਾਲ ਆਏਗਾ, ਪ੍ਰੇਮ ਵੀ ਹੈ ਕਈਆਂ ਥਾਵਾਂ 'ਤੇ ਡਰ ਵੀ ਹੈ। ਚਲੋ ਇੱਥੇ ਡਰ ਆਪਾਂ ਕਰਦੇ ਭਾਉ ਖੰਦਾ ਹੋਵੇ ਉਹ ਧੁੱਪ ਨਹੀਂ ਹੋਵੇ ਅਤੇ ਅਗਨ ਜਿਹੜੀ ਉਹਦੇ ਵਿੱਚ ਬਣ ਰਹੀ ਉਹ ਤਪ ਤਾਉ ਹੋਵੇ ਵੀ ਤੇਰਾ ਤਪ ਜਿਹੜਾ ਤਾਪ ਰਿਹਾ ਹੈ। ਕਹਿੰਦੇ ਪ੍ਰੇਮ ਰੂਪੀ ਭਾਂਡਾ ਹੋਵੇ, ਕਹਿੰਦੇ ਉਹਦੇ ਵਿੱਚ ਫਿਰ ਅੰਮ੍ਰਿਤ ਨੂੰ ਢਾਲਿਆ ਜਾਏ। ਉਹ ਸੋਨਾ ਢਾਲਦੇ ਨੇ ਨਾ ਸੁਨਿਆਰੇ ਵੀਰ, ਕਹਿੰਦੇ ਤੂੰ ਉੱਥੇ ਅੰਮ੍ਰਿਤ ਨੂੰ ਢਾਲਦਾ ਫਿਰ ਇਸ ਟਕਸਾਲ ਦੇ ਅੰਦਰ ਤਾਂ ਸੱਚੀ ਟਕਸਾਲ ਦੇ ਅੰਦਰ ਸ਼ਬਦ ਘੜਿਆ ਜਾਂਦਾ। ਉੱਥੇ ਸੋਨਾ ਘੜਿਆ ਜਾਂਦਾ ਨਾ, ਇੱਥੇ ਸ਼ਬਦ ਘੜਿਆ ਜਾਂਦਾ ਹੈ ਜਿਹਦੇ 'ਤੇ ਵਾਹਿਗੁਰੂ ਦੀ ਮਿਹਰ ਭਰੀ ਨਜ਼ਰ ਹੈ। ਤਾਂ ਇਹ ਕਾਵਿ ਉਹਨਾਂ ਦੀ ਹੈ ਜਿਹੜੀ ਉੱਪਰ ਮਹਾਰਾਜ ਨੇ ਦੱਸੀ ਹੈ। ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰ ਤਿੰਨ ਕਾਵਿ, ਇਹ ਕਾਵਿ ਉਹਨਾਂ ਗੁਰਮੁਖਾਂ ਦੀ ਹੈ ਜਿਹੜੀ ਉੱਪਰ ਦੱਸੀ ਹੋਈ ਜਿਹਦੇ 'ਤੇ ਵਾਹਿਗੁਰੂ ਦੀ ਨਜ਼ਰ ਹੈ, ਬਖਸ਼ਿਸ਼ ਹੈ। ਨਾਨਕ ਫਿਰ ਉਹਦੀ ਨਜ਼ਰ 'ਚ ਪ੍ਰਵਾਨ ਹੋ ਕੇ ਨਿਹਾਲ ਹੋ ਜਾਂਦਾ ਹੈ। ਇਹ ਜਪਜੀ ਸਾਹਿਬ ਜੀ ਦਾ ਸਰੂਪ ਹੈ ਜੀ। ਜਦੋਂ ਆਪਾਂ ਸਾਰੇ ਅਰਥ ਵੀ ਜਾਣਦੇ ਹੀ ਹੈ, ਜਪਜੀ ਸਾਹਿਬ ਦਾ ਪਾਠ ਸਾਰੇ ਸਿੱਖ ਕਰਦੇ ਹੈ। ਅੱਜ ਆਪਾਂ ਜਪਜੀ ਸਾਹਿਬ ਦੀ ਸੰਪੂਰਨਤਾ ਕਰਾਂਗੇ ਜੀ। ਚਲੋ ਤੇ ਪਵਨ ਸਵਾਸ ਨੇ ਸਾਡੇ ਅੰਦਰ ਜਿਹੜੀ ਚੱਲਦੀ ਹੈ। ਜਦੋਂ ਆਪਾਂ ਸਿੱਧੇ ਅਰਥ ਵਿੱਚ ਜਿਹੜੀ ਹਵਾ ਗੁਰੂ ਹੈ
श्वासों के बगैर दुख का जीवन नहीं है। इस तरह ही जिमें पानी के बगैर भी जीवन नहीं है। हवा के पानी श्वास लैन को बगैर और पानी को बगैर असं नहीं बच सकते। दोनों चीज़ों की जरूरत है। ये दो ही चीज़ा प्रदूषित हो चुकी है। हवा च यह है वो साडा अद्धा नाम इनका बिना मतलब वो एवं वो कितने हम व्हीकल बढ़ गए हैं। वो बीमारी का कारण बनता है कि हवा शुद्ध नहीं रही है। कि पानी वो 10 दिन तक भी बेनती की हो जिन्होंने चिंता है जो इन्ना कुछ सोचते वो कहते भी थोड़ा ही पानी रह गया। एक दिन सत सीचेवाल वाले भी कह रहे हैं 17 सालों का पानी रह गया कि धरती के अंदर कोई थोड़ा जहा संभल के सानू चलने की जरूरत है। फर्ज कहते पवन गुरुगा पानी पिता है माता धरत बहादुर माँ जी धरती इतों सब सब कुछ मिलता है। ये तीन चीज़ा परमात्मा ने सब बख्शिश की है। पानी हवा के पानी धरती जो भी धरती चो सानू प्राप्त होया ते बख्शिश परमात्मा की वरती दाता सानू दे के नवाजा है जी। दिन के रात को वाहिगुरू ने खिडावी बनाया हुए दाई दाया आप जी अर्थ के शब्द दे कि बच्चा निका जाता जो अमीर लोग ने ना वो बच्चे के पकड़ वास्ते खिडावा रखते कि जब दाई के जब दाया वो निके जे बच्चे को दाई दाया सामने तो लड़का है दाया रखते तो जिम्मे छेवें पातशाह की दाई ने कि गैर का मारे ने बच्चे ने संभाल वास्ते रखा है। कहते दिन रात की बुकल च असीं सौंदे बच्चा दाई दाई की बुकल च सौंदा है ना खिडावा जो बुकल च सौंदा है। असीं दिन के रात की बुकल च सौंदे हैं जोड़े काम धंधे को भज के रात असीं रात की बुकल च सारे सौंदे हैं। वो खिडावा बच्चे को ना थप्पड़ के सौंदा है रात सानू थप्पड़ के सौंदी है। रब ने साडी जिंदा भी पानी पैदा किया हवा श्वास लैंदे हैं धरती बनाई है तो दो खिडावे दिन के रात बना दिता जी। सारा जगत इन्हों के हथों से खेल रहा है। किस धरती से चंगे कर्म करना तो बुरे करना है वो कर्म धर्म की हदूरी च बचे जाने हैं। चंगे भी माड़े भी सानू तो फिर चंगे करने चाहिए। कहते धर्म हदूर के सामने है धर्मराज के सामने भाई चंगाई बुराई देखी जाती है। फिर अपने किए हुए कर्मा करके कोई तो बहुत रब के नेड़े हो जाते हैं। उन्होंने तो जन्म भर के खत्म हो जाते हैं। वो तो ज्योति जोत रली संपूर्ण दिया रात के नेड़े के कई नेड़े केर पूर कई जन्म भर के गेट च पै जाते जिन्होंने बुराइयां की जिन्होंने चंगे कर्म किए फरीदा अमल जे की दर्ग है आए कामा वो फिर रब के एक हो जाते जिन्होंने नाम ध्याया जी वो असली मेहनत घालना घाल के गए और घालना ही तो है नाम जपना। जिन्होंने ध्याया भाई असली मशक्कत उन्होंने घाली है। नानक उन्होंने मुख उजले हो जाते हालना वो आप भव सागर तो नहीं करते केपी छुट्टी नाल होर भी कईयां नूं रब दे घर प्रवान करवा देंगे आप वो रब चिंतने हो जाते हैं। जिथे रहते हैं उतों के लोग हूँ संत महापुरख कितने संसार च आए उन्होंने शरीर च रहते नहीं जोड़िया चले भी गए फिर भी लोग उन्होंने स्थानों जुड़े। गुरु साहब आए उन्होंने उस समय नहीं जोड़िया अज भी गुरु साहब के स्थानों जुड़ के असीं कर रहे हैं ना। महाराज ने इतने चरण पाए तो इतने कथा के प्रवाह चल रहे हैं असीं सुनते हैं कि संगत कर रही है कर्म सुनने वाले वो आप ही नहीं करे। उन्होंने कईयों को अपने नाल ला दिया। थोड़ा जिहा इतिहास गुरु अर्जन साहब जी के शहीदी दिहाड़े के संबंध कल दास ने कुछ बेनतियां साझियां कीतियां सन। गुरु साहब का जिहड़ा प्रकाश है ना गोइंदवाल साहब की धरती पर होता है। गुरु अर्जन साहब महाराज का गुरु रामदास महाराज के छोटे पुत्र सन। घट तो घट सानू 10 गुरु साहिबानां का आपस में संबंध रिश्ता की है ब्लड रिलेशन वो सानू ध्यान सारिਆਂ ਨੂੰ याद होना चाहिए।
उदास कोशिश नहीं करते तो सानू सारे पता होवे, पर कई बार कुछ गल्लां ते कुछ सुन के भी विसर जाती तो असीं चेते ना रखना चाहिए। महाराज का प्रकाश गुरु रामदास महाराज की छोटी पुत्र है। गुरु अमरदास महाराज के दोहते ने गुरु अर्जन साहिब जी, नाना जी सन गुरु अमरदास महाराज गुरु अर्जन साहिब जी। गुरु रामदास महाराज जी पिता सन गुरु अर्जन साहिब महाराज के 1663 सतगुਰਾਂ का जन्म बीबी भानी की कुख तो होता है। सतगुरु बचपन च अपने नाना गुरु की कुखल च आनंद मारते हैं। किसी समय गुरु अमरदास महाराज ने कहा ओहदा बाण पवित्र है, इनू धर्म का दरवाजा खोलने की नौबत है, ये तखत अपने बाप को रहेगा। ये बख्शा का नवाजिया जी गुरु अमरदास महाराज ने नाना गुरु ने अपने दोहते समा अगे चल गया। गुरु रामदास महाराज जी सरोवर साहिब की सेवा कराते। चलो बाबा सहारी मन जी आए, उन्होंने पुत्र का ब्याह ही वो गुरु रामदास जी को बेनती करते कहते महाराज साढ़े नाल चलो ब्याह के अंदर। महाराज कहते मुश्किल है, महाराज निक्किया निक्किया गल्लां सोचते सन जी। महाराज कहते असीं तुहाडे घरे ते आ जाएंगे तो तुसीं फिर कहोगे बरात भी चलो तो अगलियां नूं प्रबंध करना मुश्किल होएगा भी वो की पता किन्ने कुछ सिख साडे नाल इत्थों जाण। इस करके भाई सानूं तुसीं मजबूर ना करिओ कि असीं विआह 'च शामिल होईए। महाराज नहीं कहते बड़े बेटे नूं क्या बाबे प्रीति चल कहते बेटा तुसीं चले जाओ। कहते महाराज मेरे तो बगैर कोई गुरु घर का कारज ही नहीं होना। ये एक सब बहुत बड़ा भुलेखा होता है जी। हरेक बंदे को शायद वो भावें अपना परिवार पाल रहा है, मैं इतनी कथा कर रहा या कोई इतने कीर्तन कर रहा या कुछ भी, वो ऐसा भी शायद मैं ही कथा कर रहा, मेरे तो बाद कितनी कथा ही नहीं होनी है। एक बहुत बड़ा सब भुलेखा। मैं तुम्हें पाल रहा बच्चों के मनुख अपनी औंकड़े झाड़ता है कि जे मैनू कुछ हो गया फिर तुम्हारा बेटे की हाल करता है। ये सिर्फ वह मैं मनुख का होता कुछ भी नहीं है। हो सकता है जान तो बाद इतनी भी कुछ चंगा विचारवान आए और हो सकता है मेरे जान के बाद बच्चों को बाद सुख मिलता हो। एक साडा एक वह असीं पाते हैं राजपाल भी शायद ऐ होएगा। फर्ज कहते ऐसा होता नहीं रब ने जीव पैदा किया तो जो पैदा किया उसकी संभाल कर रहा है और उन्हें की कुछ किनू देना है रब ने पहले दिया है। जो कुछ पाया सो एक बार बढ़ा दिया तो उन्हें पहले एक ही बार सब कुछ पा दिता। विधि चंद कहता जी मेरे को बगैर तो गुरु घर का काम नहीं चलता है। फर्ज कहते कोई नहीं असीं बैठे कहते जी तुहाडे तो भी नहीं वेख्या जाना। कहता भाव सिंह को जाना नहीं चाहता। महाराज ने महादेव को कहा कहते तुसीं चले जाओ। महाराज के छोटे पुत्र विचले कहता भी मेरा कोई रिश्तेदार नहीं है, मैं नहीं किसी नाल वरतना चाहता। उन्हें तो इन्नी को गल कही। फिर महाराज ने गुरु अर्जन साहिब गुरु अर्जन साहिब जी इतिहासकार जो बहुते कहते 2 साल का समा जो गुरु अर्जन साहिब जी चलने लगे गुरु रामदास जी ने कहा बेटा जी चले हो विआह भुगता के धर्मशाला च आ जाओ, क्योंकि गुरु रामदास जी का प्रकाश चूड़ामंडी लाहौर है। उत्थे धर्मशाला बनी कि उत्थे संगतां नूं उपदेश किरण करवाओ। 7 बचन जिन्ना चिर असीं चिट्ठी ना भेजिए तुसीं वापस नहीं आना। 7 बचन की काफ़ी समा लग गया। 3 चिट्ठियां भेजियां गुरु अर्जन साहिब ने पिता जी सानूं सदो असीं तुहाडे दर्शनां तो बगैर एक घड़ी ना मिलते तो कल तो जोता नहीं रह सकते। महाराज ने जब सद्या ना चिट्ठियां के बाबे प्रीति चंद ने संखेप दास अगे जाना चाहता है। संखेप में वो चिट्ठियां बाबे प्रीति चंद ने रख दियाँ। एक चिट्ठी महाराज तक पहुँच गई। महाराज ने गुरु अर्जन साहिब जी को सद्या बाबा बुढ़ा जी को भेज के आउंदे महाराज ने प्रीति चंद को डांटिया तो गुरु अर्जन साहिब को भर जवानी 18 साल की उम्र च गुरता गद्दी मिली गुरु अर्जन साहिब जी। सतगुरु गुरता गद्दी के स्थापित हो जाते हैं। बहुत बड़े 2 कारज महाराज ने अपने जीवन से किए। कारज तो बहुत बड़े तरनताਰਨ साहिब प्रचार केंद्र खोलना और बहुत बड़े महान भाई पंज भाई लगा भाई विधि चंद ने बहुत बड़े सिख महाराज की हजूरी च विचरे भाई पैड़ा भाई प्रागा प्रचार बहुत बड़े जोरा से महाराज ने आरंभ किया। 2 बड़े कारज, एक हरमंदर साहिब की स्थापना तो दूसरा गुरु ग्रंथ साहिब की संपादना। बहुत बड़े कारज सन भारत ने अपने जीवन काल किए।
ਜਿਹੜਾ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੈ ਜੀ। ਮਹਾਰਾਜ ਨੇ ਭਗਤਾਂ ਦੀ ਬਾਣੀ ਲਿਖੀ ਔਰ ਸਿੱਖਾਂ ਦੀ ਭੱਟਾਂ ਦੀ ਬਾਣੀ, ਫਿਰ ਸ਼ਿਕਾਇਤਾਂ ਹੋਈਆਂ ਜੀ ਅਕਬਰ ਬਾਦਸ਼ਾਹ ਦੇ ਕੋਲ। ਕਹਿੰਦੇ ਜੀ ਗੁਰੂ ਅਰਜਨ ਸਾਹਿਬ ਜੀ ਨੇ ਗ੍ਰੰਥ ਤਿਆਗ ਕੀਤਾ, ਉਹਨਾਂ ਨੇ ਆਪਣੀ ਬਾਣੀ ਨੂੰ ਲਿਖੀ, ਉਹਨਾਂ ਨੇ ਭਗਤਾਂ ਦੀ ਬਾਣੀ ਵੀ ਲਿਖੀ ਹੈ। ਪਤਾ ਕਿ ਜਿਹੜੇ ਚੰਦੂ ਨੇ ਹਨ ਇਹ ਬੜੇ ਕੱਟੜ ਪੰਥੀ, ਇਹ ਉਹੀ ਚੰਦੂ ਜਿਹੜਾ ਦੂਸਰਾ ਇੱਕ ਹੋਇਆ ਸ਼ੇਖ ਅਹਿਮਦ ਬੁਖਾਰੀ, ਉਹਨੂੰ ਸ਼ੇਖ ਅਹਿਮਦ ਬੁਖਾਰੀ ਵੀ ਕਹਿੰਦੇ ਹੈ। ਉਹ ਬੜਾ ਕੱਟੜ ਮੁਸਲਮਾਨ ਸੀ। ਉਹ ਸ਼ਿਕਾਇਤ ਜਦੋਂ ਅਕਬਰ ਬਾਦਸ਼ਾਹ ਦੇ ਦਰਬਾਰ 'ਚ ਪਹੁੰਚੀ ਤੇ ਉਹਨਾਂ ਨੇ ਆਖਿਆ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸਾਡੇ ਖਿਲਾਫ ਬਹੁਤ ਕੁਝ ਲਿਖਿਆ ਹੈ, ਇਸਲਾਮ ਦੇ ਖਿਲਾਫ। ਅਕਬਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਸਾਹਿਬ ਜੀ ਦੇ ਕੋਈ ਇਲਜ਼ਾਮ ਲਾਉਣੇ ਤੇ ਹੁਣ ਖਤਮ ਕਰੀਏ ਕਿਸੇ ਤਰੀਕੇ ਨਾਲ, ਕਿਉਂਕਿ ਵੱਡਾ ਕਾਰਨ ਇਹ ਹੀ ਵੀ ਸਾਈਂ ਮੀਆਂ ਮੀਰ ਇਸਲਾਮ ਧਰਮ ਦੇ ਬਹੁਤ ਵੱਡੇ ਪ੍ਰਚਾਰਕ ਸਨ। ਇੱਕ ਇਸਲਾਮ ਧਰਮ ਦਾ ਸਭ ਤੋਂ ਮੇਨ ਪ੍ਰਚਾਰਕ ਗੁਰੂ ਅਰਜਨ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹ ਗੁਰੂ ਅਰਜਨ ਸਾਹਿਬ ਦਾ ਸਿੱਖ ਬਣ ਜਾਂਦਾ ਹੈ। ਇਹ ਬਹੁਤ ਗੱਲ ਚੁੱਪ ਨਹੀਂ ਸੀ ਜਿਹੜੀ ਕੱਟੜ ਮੁਸਲਮਾਨਾਂ ਨੂੰ ਵੀ ਇਹ ਕੀ ਬਣ ਰਿਹਾ, ਧੜਾ ਧੜ ਲੋਕ ਗੁਰੂ ਅਰਜਨ ਸਾਹਿਬ ਦੇ ਚਰਨਾਂ ਨਾਲ ਜੁੜ ਰਹੇ ਹੈ। ਸ਼ਿਕਾਇਤਾਂ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਖਿਲਾਫ ਬਹੁਤ ਕੁਝ ਲਿਖਿਆ, ਕਾਰਨ ਇਹ ਕਿ ਬਾਰੇ ਨੇ ਭਗਤਾਂ ਦੀ ਬਾਣੀ ਤੋਂ ਲਿਖੀ ਹੈ। ਜਿਹੜੇ ਨੀਚ ਜਾਤ ਵਾਲੇ ਉਹਨਾਂ ਨੂੰ ਅਮਰ ਕਿਉਂ ਕਰ ਦਿੱਤਾ? ਭਗਤ ਕਬੀਰ ਜੀ ਨੇ ਜੇ ਕਿਹਾ ਸੀ ਨਾ ਕਾਂਸੀ ਦੇ ਅੰਦਰ ਵੀ ਅਸੀਂ ਜਾਤ ਕਰਕੇ ਭਾਵੇਂ ਕਹਿੰਦੇ ਹੈ, ਬੰਦਗੀ ਕਰਕੇ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ। ਉੱਥੇ ਕਿਹਾ ਸੀ ਤੁਮਕਤ ਹਮਕਤ ਲੋਹੂ ਤੁਮਕਤ ਦੂਧ ਤੁਮਕਤ ਬ੍ਰਾਹਮਣ ਹਮਕਤ ਸੂਦ। ਵੀ ਸਾਨੂੰ ਸ਼ੂਦਰ ਕਹਿੰਦੇ ਉਹ ਆਪ ਉੱਚੀ ਜਾਤ ਵਾਲੇ ਮੰਨਦੇ ਹੋ ਤੇ ਉਹ ਨਹੀਂ ਹੀ ਚਾਹੁੰਦੇ ਵੀ ਇਹੋ ਜਿਹੀ ਗੱਲ ਕਹਿਣ ਵਾਲੇ ਨੂੰ ਵੀ ਅਮਰ ਕੀਤਾ ਜਾਏ। ਕਹਿੰਦੇ ਇਹਦੀ ਗੱਲ ਕਾਠੀ 'ਚ ਹੀ ਰਹਿਣੀ ਚਾਹੀਦੀ, ਇਹਦੇ ਭਗਤ ਉੱਥੇ ਹੀ ਰਹਿਣੇ ਚਾਹੀਦੇ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਦੀ ਬਾਣੀ ਲਿਖ ਕੇ ਉਹਨਾਂ ਨੂੰ ਅਮਰ ਕਰ ਦਿੱਤਾ। ਉਹਨਾਂ ਨੂੰ ਫਿਰ ਅਕਬਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਤੇ ਅਕਬਰ ਬਾਦਸ਼ਾਹ ਨੂੰ ਕਹਿੰਦੇ ਲਾਹੌਰ ਤੋਂ ਦਿੱਲੀ ਨੂੰ ਚੱਲਿਆ ਤੇ ਗੋਇੰਦਵਾਲ ਸਾਹਿਬ ਆ ਜਾਂਦਾ, ਕਹਿੰਦਾ ਜੀ ਸ਼ਿਕਾਇਤਾਂ ਗਈਆਂ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਖਾਓ ਤੁਸੀਂ ਕੀ ਲਿਖਿਆ। ਸਰਕਾਰ ਸੀ ਉੱਪਰ ਸਾਹਿਬ ਦੀ, ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਨਹੀਂ ਸਨ ਤੇ ਬਾਬਾ ਬੁੱਢਾ ਜੀ ਹੋਏ ਸਨ। ਫਿਰ ਬਾਬਾ ਬੁੱਢਾ ਜੀ ਦੀ ਸੇਵਾ ਲਾਈ ਗ੍ਰੰਥੀ ਦੀ ਪਦਵੀ ਦੇ ਸਾਹਮਣੇ ਕਹਿਣ ਲੱਗੇ ਬਾਬਾ ਜੀ ਅਕਬਰ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੁਣਨਾ ਚਾਹੁੰਦਾ ਹੈ। ਉਹ ਕਹਿੰਦੇ ਵੀ ਇਸਲਾਮ ਦੇ ਖਿਲਾਫ ਲਿਖਿਆ। ਕਹਿੰਦੇ ਜੀ ਸੁਣਾਓ ਇਹਨਾਂ ਨੂੰ। ਇਸ ਤਰ੍ਹਾਂ ਮਹਾਰਾਜ ਦਾ ਪ੍ਰਕਾਸ਼ ਕੀਤਾ। ਅਕਬਰ ਬਾਦਸ਼ਾਹ ਸਾਹਮਣੇ ਬੈਠ ਗਿਆ, ਕਹਿੰਦਾ ਜੀ ਕਰੋ ਪ੍ਰਕਾਸ਼। ਕਿਉਂਕਿ ਉਹ ਬੀੜ ਜਿਹੜੀ 974 ਅੰਗ ਵਾਲੀ ਸੀ। ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ। ਗੁਰਮੁਖੋਂ ਗੁਰੂ ਬੋਲਦਾ ਹੈ ਸਾਡੀ ਜੋ ਭਾਵਨਾ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਕੇ ਵੇਖਿਓ। ਜਦੋਂ ਪ੍ਰਕਾਸ਼ ਹੋਇਆ ਨਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਤਲੰਗ ਰਾਗ ਮਹੱਲਾ ਪਹਿਲਾ ਆਇਆ। ਜਗ ਅਰਜ ਗੁਪਤਵ ਪੇਸ਼ ਤੋਂ ਦਾਲ ਗੋਸ਼ ਪੁੰਨ ਕਰਤਾਰ ਹੱਗਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਪਪ ਸਦ ਹੋਏ ਅਜ਼ਰਾਈਲ ਗਿਰ ਫਤਿਹ ਦਿਲ ਹੇਚ ਨਾ ਦਾਨੀ ਜਨ ਪਿਸਰ ਬਦਲ ਕੇ ਰੱਬ ਦਾ ਕਸ ਦੇਸ ਦਸਤਗੀਰ ਆਖਰ ਵਿਅਕਤਨ ਕਸ ਨਾ ਦਾਤ ਜੂਸ ਬਦ ਤਕਦੀਰ। ਇਹ ਸਾਰਾ ਜਦੋਂ ਸ਼ਬਦ ਪੜ੍ਹਿਆ ਨਾ ਕਿ ਉਹ ਤਾਂ ਅਕਬਰ ਬਾਦਸ਼ਾਹ ਦਾ ਸਿਰ ਝੁਕ ਗਿਆ। ਕਹਿਣ ਲੱਗਾ ਕਿ ਅਰਬੀ ਫਾਰਸੀ ਦਾ ਸ਼ਬਦ ਹੈ, ਉਹਨੂੰ ਸਮਝ ਆਈ। ਕਹਿਣ ਲੱਗਾ ਇਹਦੇ ਖਿਲਾਫ ਨਹੀਂ ਹੈ, ਇਹਦੇ ਅੰਦਰ ਤੇ ਉਸ ਅੱਲਾਹ ਤਾਲਾ ਦੀ ਸੂਰਤ ਲਿਖੀ ਹੈ। ਉੱਥੇ ਜਿਹੜੇ ਚੁਗਲਖੋਰ ਸਾਨੂੰ ਬੈਠੇ ਕਹਿੰਦੇ ਜੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੁਕਮਨਾਮਾ ਕੱਢ ਲਿਆ, ਤੁਸੀਂ ਬਾਬਾ ਜੀ ਨੂੰ ਕਹੋ ਅੱਗੇ ਆ ਕੇ ਥੱਲਣ। ਬਾਬਾ ਜੀ ਨੇ ਅੱਗੇ ਆ ਕੇ ਥੱਲਿਆ ਤੇ ਉਹ ਬਾਰੂ ਮਹੱਲਾ ਬਚਵਾ ਹੁੰਦਾ ਹੈ ਅੱਲਾ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੱਦੇ। ਉਹ ਅੱਲਾ ਦਾ ਨਾਮ ਆਇਆ, ਉਹ ਫਿਰ ਸਿਰ ਝੁਕਾਇਆ ਅਕਬਰ ਬਾਦਸ਼ਾਹ। ਕਹਿੰਦੇ ਜੀ ਇੱਕ ਵਾਰੀ ਫਿਰ ਅੱਗ ਪਲਟ ਕੇ ਵੇਖੋ। 974 ਅੱਗ ਵਾਲਾ ਸਰੂਪ ਸੀ ਉਦੋਂ। ਉਹ ਪ੍ਰਭਾਤੀ ਮਹੱਲਾ ਆ ਗਿਆ ਜੀ। ਆਪਣਾ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਤੂੰ ਮੰਦੇ ਲੋਗਾ ਭਰਪਣਾ ਹੁੰਦੋ ਭਾਰੀ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਭ ਠਾਈ। ਉਹ ਜਦੋਂ ਇਹ ਹੁਕਮਨਾਮਾ ਆਇਆ ਅਕਬਰ ਬਾਦਸ਼ਾਹ ਨੇ ਆਪਣੀ ਜੇਬ ਤੋਂ ਪੈਸੇ ਕੱਢੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਇਆ। ਕਹਿਣ ਲੱਗੇ ਹੋਏ ਤੁਸੀਂ ਚੁਗਲੀਆਂ ਕਰਦੇ ਹੋ। ਕਹਿੰਦਾ ਬਾਬਾ ਬੁੱਢਾ ਜੀ ਗੁਰੂ ਅਰਜਨ ਸਾਹਿਬ ਜੀ ਨੇ ਕਿਉਂ ਉਹ ਮੈਨੂੰ ਮਾਫ ਕਰ ਦੇਣ, ਕਿਉਂਕਿ ਮੇਰੇ ਕੋਲ ਸ਼ਿਕਾਇਤਾਂ ਆਈਆਂ ਸੀ, ਮੈਨੂੰ ਸੁਣਨਾ ਪੈਣਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਜੀ ਤੋਂ
मंगता है। हुण शेख अहमद बुखारी वर्गिਆਂ ਨੂੰ ਹੁਣ ਇਹ ਗੱਲ कित्थे पाउंदी ਸੀ भी अकबर बादशाह ਦੇ गुरु अर्जन साहिब का कुछ करन वाला नहीं है। उन्हें फिर की किया भी अहमद शेख बुखारी एक दिन अकबर बादशाह को मिलन जाता है। वो ये खलीफे का मुखी है, अकबर बादशाह ने इसका सत्कार किया क्योंकि बहुत लोग मनते हैं। इन्हें जाके क्या कह लगा अकबर बादशाह मैं एक बंदा नौकरी पर लिखाना चाहता हूँ। हूँ उन्हें अकबर बादशाह ने बड़ा सत्कार किया। वो कहना तुम भावें 4 बंदे रखाओ, कह लगा नहीं 4 ने 1 बंदे। अकबर बादशाह खुश होकर कहता मैं उन्हें मंत्री बना देंगे, लियाओ बंदा। इन्हें फिर अहमद सरहदी जिन्होंने असी मुर्तजा खान क्या बात के अंदर मुर्तजा खान कहते इन्हें उत्थे मंत्री बना दिता जी दिल्ली सरकार के अंदर। जब ये मंत्री बन गया तो इन्हें अहदे से बैठद सार रसोईए बदल दिते जोड़े अकबर बादशाह को खाना खवाते हैं। इन्हें वो पहरेदार बदल दिते अकबर बादशाह के। मंत्री से पावरे को आ गई। हुण इन्होंने मिठा जहर अकबर बादशाह को देना शुरू कर दिता। 2 महीनों से फेफड़े गाल दिते अकबर बादशाह के, क्योंकि इन्हू मारना चाहते हैं। तो अकबर बादशाह को खा के अपनी मर्जी का तखत से कोई बंदा बिठाना चाहते हैं। जो ये बीमार रह लग पाया, इन्होंने फिर अकबर बादशाह के बेटे वो शहजादे सलीम नाल गल की। वो अत का नशई बंदा है जिन्होंने कहा जाता है वो शहजादा सलीम उर्फ जहांगीर, ये अकबर बादशाह का पुत्र। इन्होंने अहमद बुखारी ने गल की, कह लगा भी जे तेनों असी तेरे बाप के मरण तो बाद दिल्ली के तखत पर बिठा दिए तेन साढ़े भी कहने से चलना पड़ेगा। ये कहता ठीक है मेरे बाप ने तो मैं तखत देना नहीं है। ये कहता भी मैं थोड़े कहने से चला गया। ये अत का शराबी कबाबी बंदा है जो जहांगीर, ये शहजादा सलीम। ये भी एक कारण सी भी नशई क्यों बनया। अकबर बादशाह दी 2 बेगमां सन, बड़ी सी जोधा बाई, छोटी सी रुकैया। तो यह जोड़ा पुत्र जहांगीर ना ये जोधा बाई का पुत्र सी। जदों अकबर बादशाह ने दूसरा विआह करवाया तो रुकैया ने यह पुत्र गोदी च ले लिया अपनी। वो जी वड्डी चलो ये रिश्ते इन्हों चो रिश्ते सौकना कह देंगे हैं। वो वड्डी राणी को कहती कि मैं बच्चे को जन्म नहीं देना चाहती, तो तेरे बच्चे को मैं पालनी है। तो उस रुकैया ने अपनी दुश्मनी कढ़ी योधा बाई के नाल। पुत्र योधा बाई का ही शहजादा सलीम, वो निके जे नशा देना शुरू कर दिता। ये भर जवानी च नशे का आदि हो गया जोड़ा ये शहजादा सलीम उर्फ जो जहांगीर है। ये अत का नशई। ये भी कह लगा कहता मेरे बाप ने मैं तेन तखत से बिठाना नहीं अकबर ने, तो तुम मैंने तखत दवा दो, जो कहोगे मैं कराँगा। ऐसा कुछ होता है साडा शुरू तो शायद वो साडी किस्मत ही इहो जी रही। विदेशों के ना ट्रंप जोड़ा बनया ना अमेरिका का राष्ट्रपति, तो ये बनने तो 30 साल पहला हिंदुस्तान ये बड़ा बड़ा फिलासफर से यदा ध्यान लिखतां पढ़ाई जाती सन। सिलेबस के अंदर ये लिखतां होंदियां हैं ਜਾਂ जिन्हें भी विदेशों राष्ट्रपति बनते हैं देखा जाता है भाई भी इन्हें ये फिलासफर है या ये साइंटिस्ट है या इन्हें आ गोल्ड जितया है, इन्हें आ कप जितया है। वो उसको प्रधानमंत्री बनाते राष्ट्रपति बनाते हैं जिन्हें कुछ ना कुछ जितया होंगे, जिन्हें कोई कप जितया होंगे। साडा दुखांत वो कप जितने वाले बनते रहे तो साढ़े वाले कप मांजन वाले प्रधानमंत्री बनाते रहे, क्योंकि पिछे एजेंसियां काम करती। वो कहते तेनों प्रधानमंत्री बनावे कहण के साडे ते चलना पएगा। अज तक भी ऐसा कुछ हो रहा है। वो प्रधानमंत्री अपनी मर्जी नाल नहीं चल सकता, वो किसी के कहण ते चलता है। वो बहुत बड़े पिछे उन्होंने खड़े हुए हैं जिन्हों के कहण ते चलना पैंदा है। जहांगीर को एक तरह कहता जी मैनू बना दो। फिर अखीर को 27 नवंबर को जहर दे के 1605 के अंदर इनू जहर दे के मारन का यत्न किया अकबर बादशाह ने। 27 नवंबर को इनू जहर दिता, 1605 को 28 नवंबर को मर जाता। 27 की रात को अकबर बादशाह 28 नवंबर 1605 को जहांगीर को शेख अहमद बुखारी जो दिल्ली के तखत पर बिठा देता है। हुण हुक्म इन्हां दा चलदा है, तखत पर बैठ जाते हैं। हुण अत का शराबी ते कबाबी बंदा गुरु साहिब नाल दा कोई वैर नहीं, पर इन्हां दे कहण ते 6 महीने 23 दिन बाद कोई नवा बंदा वड्डी पदवी ते बैठदा। 6 महीनों को राज चलाउण का ही पता नहीं लगता।
6 ਮਹੀਨਿਆਂ ਦੇ ਅੰਦਰ ਕਿ ਉਹ ਆਪਣੇ ਮੰਤਰੀਆਂ ਸੰਤਰੀਆਂ ਤੋਂ ਚੰਗੀ ਤਰ੍ਹਾਂ ਵਾਕਫ ਨਹੀਂ ਹੁੰਦਾ ਹੈ, ਉਹਨਾਂ ਦੇ ਕੰਮ ਤੋਂ ਵੀ ਜਾਣੂ ਨਹੀਂ ਹੁੰਦਾ ਹੈ। 6 ਮਹੀਨੇ ਤੇ 23 ਦਿਨਾਂ ਦੇ ਬਾਅਦ ਇਹਨੇ ਮਹਾਰਾਜ ਦੇ ਸ਼ਹੀਦੀ ਵਾਲੇ ਕਾਗਜ਼ ਦੇ ਉੱਪਰ ਸਿਗਨੇਚਰ ਕਰ ਦਿੱਤੇ ਹਨ ਜਹਾਂਗੀਰ ਨੇ। ਇੰਨੇ ਦਿਨਾਂ 'ਚ ਤੇ ਉਹ ਮਹਾਰਾਜ ਨੂੰ ਤੇ ਜਾਣਦਾ ਵੀ ਨਹੀਂ ਅਕਬਰ ਬਾਦਸ਼ਾਹ, ਕਹਿੰਦਾ ਬਾਬੇ ਵੀ ਕੋਈ ਕਰਾ ਰਿਹਾ ਸੀ ਜਹਾਂਗੀਰ ਦੇ ਕੋਲੋਂ। ਇਹ ਸਾਈਨ ਕਰਕੇ ਫਿਰ ਕਸ਼ਮੀਰ ਨੂੰ, ਕਿਉਂਕਿ ਇਹਨੂੰ ਦਮੇ ਦੀ ਬਿਮਾਰੀ ਜਿਹੜੀ ਸਾਹ ਚੜ੍ਹਦਾ ਸੀ, ਜਹਾਂਗੀਰ ਨੂੰ ਇਹ ਕਸ਼ਮੀਰ 'ਚ ਚਲਾ ਜਾਂਦਾ ਹੈ ਸਾਈਨ ਕਰਕੇ। 6 ਮਹੀਨੇ ਦੇ 23 ਦਿਨਾਂ ਦੇ ਬਾਅਦ ਉਹ ਦਿੱਲੀ ਦੇ ਤਖਤ ਤੇ ਬੈਠੇ। ਹੁਣ ਚੰਦੂ ਇਹ ਅਹਿਮ ਸ਼ੇਖ ਸਰਹੱਦੀ ਔਰ ਬਖਾਰੀ ਮੁਰਤਜ਼ਾ ਖਾਂ, ਇਹ ਸਰਹੱਦੀ ਨੂੰ ਮੁਰਤਜ਼ਾ ਖਾਂ ਬਚ ਗਿਆ। ਇਹਨਾਂ ਨੇ ਬੜੀ ਵੱਡੀਆਂ ਸਾਜ਼ਿਸ਼ਾਂ ਘੜੀਆਂ ਮਹਾਰਾਜ ਦੇ ਖਿਲਾਫ। ਕਹਿੰਦੇ ਕਾਫੀ ਚਿੱਠੀਆਂ ਜਿਹੜੀਆਂ ਫਿਰ ਦਿੱਲੀ ਸਰਕਾਰ ਦੇ ਕੋਲ ਪਹੁੰਚਦੀਆਂ ਤੇ ਮਹਾਰਾਜ ਨੂੰ ਸ਼ਹੀਦ ਕਰਦੇ। ਇਹਨਾਂ ਨੇ ਪੂਰਾ ਪਲਾਨ ਬਣਾਇਆ। 10 ਜਿਹੜੀ ਬੇਨਤੀ ਕਰਨੀ ਚਾਹੁੰਦੇ, ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸੀ, ਮਹਾਰਾਜ ਦੀ ਸ਼ਹੀਦੀ ਦਾ ਕਾਰਨ। ਫਿਰ ਇਹ ਮੁਰਤਜ਼ਾ ਖਾਂ ਕਹਿੰਦਾ ਹੈ ਵੀ ਤੁਹਾਨੂੰ ਇੱਥੇ ਪੈਸੇ ਟੈਕਸ ਤਾਰਨਾ ਪਏਗਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚ ਸਾਡੀ ਮਰਜ਼ੀ ਦੇ ਸ਼ਬਦ ਲਿਖਣੇ ਪੈਣਗੇ। ਤੇ ਇੱਕ ਚੰਦੂ ਕਹਿੰਦਾ ਹੈ ਵੀ ਮੇਰੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰਨਾ ਪਏਗਾ। ਮਰਦ ਕਹਿੰਦੇ ਕਦੇ ਨਹੀਂ, ਨਾ ਤੇ ਕੋਈ ਅਸੀਂ ਟੈਕਸ ਤਾਰਨ ਵਾਲੇ। ਮਹਾਰਾਜ ਨੇ ਕਿਹਾ ਵੀ ਸਾਡੇ ਕੋਲੋਂ ਮਾਇਆ ਆਉਂਦੀ ਹੈ, ਸਿੱਖ ਕਿਰਪਤ ਕਰਦੇ ਨੇ, ਧਰਮ ਦੀ ਤੋਂ ਦਸਵੰਧ ਕੱਢਦੇ ਨੇ, ਤੇ ਸਿੱਖ ਦੀ ਧਰਮ ਦੀ ਕਿਰਤ ਦੇ ਦਸਵੰਧ ਤੋਂ ਅਸੀਂ ਟੈਕਸ ਨਹੀਂ ਤਾਰ ਸਕਦੇ। ਸੰਗਤਾਂ ਹੀ ਲਿਆਉਂਦੀਆਂ, ਸੰਗਤਾਂ ਹੀ ਤਿਆਰ ਕਰਦੀਆਂ, ਸੰਗਤਾਂ ਹੀ ਛੱਡਦੀਆਂ। ਇਹ ਮਾਇਆ ਜਿਹੜੀ ਸੰਗਤਾਂ ਦੀ ਹੈ। ਤੇ ਦੂਸਰਾ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਡੀ ਮਰਜ਼ੀ ਦੇ ਸ਼ਬਦ ਲਿਖੋ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਆਪਣੀ ਮਰਜ਼ੀ ਦੇ ਵੀ ਨਹੀਂ ਲਿਖੇ, ਤੁਹਾਡੀ ਮਰਜ਼ੀ ਦੇ ਕਿਵੇਂ ਲਿਖਦੇ? ਕਹਿੰਦੇ ਜੀ ਆਪਣੀ ਮਰਜ਼ੀ ਦੇ ਕਿਉਂ ਨਹੀਂ ਲਿਖੇ? ਸੁਣਿਆ ਤੁਸੀਂ ਭਗਤਾਂ ਦੀ ਬਾਣੀ ਲਿਖੀ ਹੈ ਜਾਂ ਤੁਸੀਂ ਸਿੱਖਾਂ ਦੀ ਬਾਣੀ ਭੱਟਾਂ ਦੀ? ਮਹਾਰਾਜ ਕਹਿੰਦੇ ਅਸੀਂ ਉਹ ਬੋਲ ਲਿਖੇ ਨੇ ਜੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਦਾ ਕਰੀ, ਗਿਆਨ ਦੇ ਦਾਵੇ ਤੇ ਧੁਰ ਕੀ ਬਾਣੀ ਆਈ ਤੇ ਸਗਲੀ ਚਿੱਤ ਪਟਾਈ ਹੈ। ਇਹ ਤੇ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੀ ਸੱਚ ਕੀ ਵੇਲਾ। ਇਹ ਤੇ ਧੁਰ ਕੀ ਬਾਣੀ ਸੱਚ ਕੀ ਬਾਣੀ ਹੈ। ਅਸੀਂ ਤੁਹਾਡੇ ਬੋਲਨੇ ਚਾਰ ਭਗਤ ਆਏ ਦੱਸਦੇ, ਬਹੁਤ ਮੇਰੀ ਇਤਿਹਾਸ ਸਰੂਪ ਹੈ। ਉਹ ਕਹਿੰਦੇ ਜੀ ਸਾਡੀ ਬਾਣੀ ਲਿਖੋ। ਮਹਾਰਾਜ ਕਹਿੰਦੇ ਕਦੇ ਕਰਦਾ ਛੱਜੂ ਪੀਜੂ ਤੇ ਸ਼ਾਹ ਹੁਸੈਨ ਸਾਹਿਬ। ਮਹਾਰਾਜ ਨੂੰ ਉਹਨਾਂ ਨੂੰ ਜਵਾਬ ਦਿੱਤਾ ਹੈ। ਫਿਰ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਂਦੇ ਸੀ ਅੰਮ੍ਰਿਤਸਰ ਤੋਂ। ਕਈ ਕਹਿੰਦੇ ਮਹਾਰਾਜ ਆਪ ਗਏ, ਮੁਰਤਜ਼ਾ ਖਾਨ ਗ੍ਰਿਫਤਾਰ ਕਰਕੇ ਜਾਂਦਾ ਹੈ। ਤੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਸੱਦ ਲਿਆ। ਕਹਿਣ ਲੱਗੇ ਬਾਬਾ ਜੀ, ਮਹਾਰਾਜ ਨੂੰ ਪਤਾ ਸੀ ਵੀ ਜੋ ਇਹਨਾਂ ਦੀਆਂ ਸ਼ਰਤਾਂ ਹੀ ਮੰਨਣੀਆਂ ਨਹੀਂ ਆ ਤੇ ਸਾਨੂੰ ਇਹਨਾਂ ਨੇ ਜਿੰਦਾ ਵੀ ਨਹੀਂ ਸਕਦਾ। ਮਹਾਰਾਜ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੂੰ ਸੱਦ ਕੇ ਕਹਿੰਦੇ ਬਾਬਾ ਜੀ ਗੁਰਤਾ ਗੱਦੀ ਦੇ ਯੋਗ ਕੌਣ? ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਇਹ ਗੱਲ ਕਿਉਂ ਕਹਿ ਰਹੇ? ਮਹਾਰਾਜ ਕਹਿੰਦੇ ਅਸੀਂ ਚੱਲੇ ਲਾਹੌਰ ਤੇ ਅਸੀਂ ਵਾਪਸ ਨਹੀਂ ਆਉਣਾ। ਸਿੱਖ ਅੱਖਾਂ ਭਰਦੇ ਕਹਿੰਦੇ ਮਹਾਰਾਜ ਤੁਸੀਂ ਅਜੇ ਕੋਈ ਬਜ਼ੁਰਗ ਤੇ ਹੈ 43 ਸਾਲ ਦੇ, ਮਹਾਰਾਜ ਦੀ ਸਾਡੀ ਉਮਰ ਸੀ ਅਜੇ, ਮਹਾਰਾਜ ਤੁਹਾਡੀ ਦਵਾਈ ਦੀ ਲੋੜ ਹੈ। ਮਹਾਰਾਜ ਕਹਿੰਦੇ ਬਾਬਾ ਜੀ ਰੋਣੇ ਲਾਤੋਂ ਤੇ ਭੂਤ ਬਾਤੋਂ ਸੇ ਮੰਨਣ ਵਾਲੇ ਨਹੀਂ ਹੈ। ਮਹਾਰਾਜ ਆਪ ਜੀ ਕੀ ਚਾਹੁੰਦੇ ਹੋ? ਮਹਾਰਾਜ ਕਹਿੰਦੇ ਤਲਵਾਰ ਚੁੱਕਣੀ ਪੈਣੀ ਹੈ। ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਮਹਾਰਾਜ ਹੁਕਮ ਕਰੋ, ਕਿੰਨੇ ਘੋੜੇ, ਕਿੰਨੇ ਹਾਥੀ, ਕਿੰਨੇ ਸ਼ਸਤਰ, ਕਿੰਨੀ ਫੌਜ ਚਾਹੀਦੀ ਹੈ, ਤਿਆਰ ਕਰਦੇ ਆ। ਮਹਾਰਾਜ ਕਹਿੰਦੇ ਨਹੀਂ ਬਾਬਾ ਜੀ, ਅਸੀਂ ਇਸ ਜਾਪੇ 'ਚ ਕਿਰਪਾਨ ਦੇ ਮੁੱਠੇ ਤੇ ਹੱਥ ਨਹੀਂ ਪਾਉਣਾ। ਅਸੀਂ ਕਿਰਪਾਨ ਚੁੱਕਣ ਲਈ ਆਪਣਾ ਸਰੀਰ ਬਦਲਣਾ ਚਾਹੁੰਦੇ ਹਾਂ। ਦੱਸੋ ਗੁਰਤਾ ਗੱਦੀ ਦੇ ਯੋਗ ਕੌਣ? ਤੇ ਫਿਰ ਮਹਾਰਾਜ ਨੇ ਜਦੋਂ ਪੁੱਛਿਆ ਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਮਹਾਰਾਜ ਤੁਹਾਡੇ ਪੁੱਤਰ ਹਾਲਾਂਕਿ ਉਮਰ 11 ਸਾਲ ਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਤਿਗੁਰਾਂ ਨੇ ਸੱਦਿਆ। ਗੁਰਤਾ ਗੱਦੀ ਦੀ ਕਈ ਇਤਿਹਾਸਕਾਰ ਕਹਿੰਦੇ ਇੱਥੇ ਰਸਮ ਦਵਾ ਕੇ ਗਏ ਮਹਾਰਾਜ। ਕਈ ਇਤਿਹਾਸਕਾਰ ਕਹਿੰਦੇ ਸਿੱਖਾਂ ਦੇ ਹੱਥ ਲਾਹੌਰ ਨੂੰ ਭੇਜੇ। ਚਲੋ ਮਹਾਰਾਜ ਇੱਥੇ ਗੁਰਤਾ ਗੱਦੀ ਦੇ ਕੇ ਇੱਥੋਂ ਲਾਹੌਰ ਨੂੰ ਜਾ ਸਕਦੇ ਹੈ। ਰਸਤੇ 'ਚ ਮੁਰਤਜ਼ਾ ਖਾਂ ਗ੍ਰਿਫਤਾਰ ਕਰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। 5 ਸਿੱਖ ਗ੍ਰਿਫਤਾਰ ਹੋ ਸਨ ਜੀ ਨਾਲ, ਭਾਈ ਪੈੜਾ, ਭਾਈ ਲੰਗਾ, ਭਾਈ ਭਰਾਗਾ, ਭਾਈ ਬਿਧੀ ਚੰਦ ਨੇ। ਜਦੋਂ 5 ਸਿੱਖਾਂ ਨੂੰ ਨਾਲ ਗ੍ਰਿਫਤਾਰ ਕੀਤਾ, ਚੰਦੂ ਆਪਣੀ ਹਵੇਲੀ 'ਚ ਲੈ ਜਾਂਦਾ। ਜਦੋਂ ਹਵੇਲੀ 'ਚ ਜਾਂਦਾ ਫਿਰ ਮਹਾਰਾਜ ਨੂੰ ਕਿਹਾ ਗਿਆ, ਕਹਿੰਦੇ ਮਹਾਰਾਜ ਚੰਦੂ ਕਹਿੰਦੇ ਕਿ ਸਾਡੀ ਲੜਕੀ ਦਾ ਤੁਹਾਨੂੰ ਰਿਸ਼ਤਾ ਪ੍ਰਵਾਨ ਕਰਨਾ ਪਏਗਾ। ਮਹਾਰਾਜ ਕਹਿੰਦੇ ਨਾ, ਕਦੇ ਵੀ ਨਹੀਂ। ਕਹਿਣ ਲੱਗੇ ਚੰਦੂ ਤੁਹਾਡੀ ਲੜਕੀ 'ਚ ਕੋਈ ਦੋਸ਼ ਨਹੀਂ, ਤੁਹਾਡੇ ਅਹੰਕਾਰ ਕਰਕੇ ਅਸੀਂ ਤੁਹਾਡਾ ਰਿਸ਼ਤਾ ਨਹੀਂ ਪ੍ਰਵਾਨ ਕੀਤਾ। ਤੁਹਾਡੀ ਲੜਕੀ ਦਾ ਕੋਈ ਕਸੂਰ ਨਹੀਂ ਹੈ।
चंदू हंकारी सी, वो रिश्ता तो नहीं करना चाहता गुरु घर के अंदर, पर वो कहता है जवाब मैं देना सी, मेरे तो पहला गुरु साहब ने क्यों जवाब दे दिता? हंकार सी ना वो अंदर। महाराज कहते असीं कदे भी रिश्ता नहीं तेरी लड़की का प्रवान करना। कहता जी फिर कुछ शब्द साड़ी मर्जी के गुरु ग्रंथ साहब से लिख दो। महाराज कहते कदे भी नहीं हो सकता। कहते टैक्स ला लो, थोड़ी आमदन बड़ी है। महाराज कहते कदे भी नहीं। कहते जी फिर तैयार हो जाओ, फिर सानू तुहानू मारना पैना। महाराज कहते असीं तैयार है बिल्कुल। जो इन्होंने महाराज को डरावा ही दिता, महाराज फिर तुहानू खत्म करना पैना। महाराज कहते तैयार है। चंदू ने 5 सिखां को रस्सियां नाल बन्निया। कहते शेख बखारी भी उत्थे है, मुर्तजा खां, ये चंदू सीए मड़ मर्जी के देने। दास ने बहुत बारी बेनती की 2 तरह के शहीद ने साडी कौम च, कुछ लड़ के शहीद होए तो कुछ अड़ के ते खड़ के शहीद होए। गुरु अर्जन साहिब जी शहीदां दे सरताज ने, असीं शब्द वरतदे महाराज वास्ते। और अड़ के ते खड़ के शहीद होए, बड़ा औखा है अड़ के खड़ के शहीद होना। फिर दुश्मन अपनी मन मर्जी के तसीहे देता है। वो महाराज ना मारना नहीं सी अजे चाहते भी ये साड़ियाँ शर्तां मन लैन। उन्होंने 5 दिन महाराज को जल नहीं छक पा के दिता। आही दिन सानू डेढ़ का महीना, 5 दिन महाराज ने प्रसादा नहीं छकिया। उन्होंने फिर की किया, देग च पानी गर्म किया, महाराज को डूब के पानी चो कढ़ दे रहे। महाराज के सारे शरीर के छाले हो गए। वो जी मैडिकल साइंस कहती है भी 40 डिग्री तक अंदर सेक ना लगे तो मनुख बच जाता है। वो महाराज को तसीहे ही अजे देना चाहते हैं, मारना नहीं चाहते। चलो पहला कहते उबलते पानी च। कई बार ना हरमंदर साहब ये घटना काफ़ी बारी वापरी भी, उत्थे बड़े बड़े कड़ाए ने बनाने वाला शरीर दाले च डिग पैदा रहा। कई बार जो पानी च बच जाते हैं, उबलते पानी च भी 100 डिग्री से डिगण करके जे अंदर तक 40% तो वध सेक नहीं लगता, नसां जिहड़ियां ब्लॉक नहीं होंदियां ते बंदा जिहड़ा बच जाता है। मैडिकल साइंस कहती है। उन्होंने महाराज को 3 वार पहले दिन उबलती देग च डूब के बाहर कढ़िया। गुरु अर्जन साहिब महाराज साले हो गए सारे शरीर से। रात महाराज ने कटी, अगली सवेर हुई तो साले जड़े ने खिस के और थले ना पास निकल जाता है, फिर चिट्टा पास ना थले को दिखाई देता है। उन्होंने अगले दिन महाराज को ना रेता साड़ के ना, रेता महाराज के छालियां के जख्मां के उपर रेता पाई कि होर कष्ट दे महाराज साहब बनता। महाराज कहते कदे भी नहीं, जो तुहाडी मर्जी कर सकते हो। फिर तीसरे दिन इन्हें चंदू ने वो चोर पटवाई के उत्ते लोह रखी गई, तवी भी अही कह देते हैं, बड़ा मुही बालन थले बांधिया। एक पासे कड़ा जिहदे ते रेता भुनी जा रही तो एक पासे लोह गर्म हो रही है, बड़ा मुही बालन। चंदू बाहर निकलिया, गुरु अर्जन साहिब जी को बाहर लिया गया तो लोह वाल वेख के बड़ा खुश होया चंदू। गुरमुख बंदे च दया होनी जरूरी है, वो किसी धर्म नाल भी संबंधित होवे। महाराज ने मुसलमानों को कहा मुसलमान मोम देण होवे, साडा ते धर्म ही दया च पैदा है। धौल धर्म दया का ऊत, जिहदे अंदर दया नहीं वो धर्मी भी नहीं गुरमुख हो सकता। उन्हें किन्ने क पत्थर देण होणगे जी। हालांकि गुरु अर्जन साहिब ने किसी का बिगाड़िया कुछ नहीं, बिना गुनाह तो ना कोई अपील ना कोई दलील महाराज को देग च बिठा दिता जाता है। मौका ही नहीं दिता कि तुम अपनी सच्चाई भी बयान कर सकते हो, क्योंकि सरकार नाल ते हथ खड़े हुए। जहांगीर तो कश्मीर च पहुंचे हुए, वो कहता अपनी मर्जी करो जिन्हें करना है, क्योंकि बनाया ही इन्ना सी जहांगीर को, वो बस भी कुछ नहीं। हुण लोग गर्म है तो चंदू बाहर निकलता है। लोग वाल वेख के सिखों को पूछता, कहता सिखो सुने तुहाडा गुरु सिंघासन ते बैठा है। हाँ साडा गुरु सिंघासन ते सजदा है। ये कहता सुनिया तुहाडे गुरु साहब के सीस ते चौल भी झुलदा जो अमृतसर किते बहिंदे हाँ। सिख कहते साडा गुरु है ही चमर छत्र ते तख्त का मालक है। ये पापी हस के कहता सिखो लोह वाल हाथ करके कहता तुहाडे गुरु वास्ते अज मैं एक सिंघासन तैयार करवाया। महाराज ने लोह वाल वेख्या, अग्नियां लड़ उतरदी, लोह गर्म लाल हुई। कहता तुहाडे गुरु वास्ते सिंघासन। महाराज हस के वेख के
ਇਹ ਕੜਛੇ ਵੱਲ ਹੱਥ ਕਰਕੇ ਕਹਿੰਦਾ ਉਹ ਚੌਰ ਸਾਹਿਬ ਵੀ ਤੁਹਾਡੇ ਗੁਰੂ ਦੇ ਸੀਸ ਤੇ ਚਲਾਉਣਾ ਹੈ। ਮਹਾਰਾਜ ਨੇ ਪਹਿਲਾਂ ਨੋਹ ਵੱਲ ਵੇਖਿਆ, ਫਿਰ ਕੜਛੇ ਵੱਲ ਪੁੱਜੀ ਹੋਈ ਨੇਤਾ ਵੱਲ ਵੇਖਿਆ। ਮਹਾਰਾਜ ਹੱਸ ਕੇ ਕਹਿੰਦੇ ਚੱਲੂ ਜੇ ਸਾਨੂੰ ਅੰਮ੍ਰਿਤ ਸਾਰੇ ਕਹਿੰਦੇ ਤੁਸੀਂ ਦੱਸਦਾ ਤੇ ਬੈਠਿਆ ਵੇਖਿਆ ਹੋਵੇ ਜਿੰਨੇ ਆਨੰਦ ਚ ਗੁਰੂ ਉਸ ਸਿੰਘਾਸਣ ਤੇ ਬੈਠਦਾ ਸੀ ਜਦੋਂ ਚੌਰ ਝੁੱਲਦਾ ਸੀ, ਉਹਨੇ ਆਨੰਦ ਚ ਅੱਜ ਗੁਰੂ ਨੇ ਸੰਦੋਹ ਦੇ 20 ਚੌਕੜਾ ਮਾਰ ਦੇਣਾ। ਕੜਛੇ ਦਾ ਤੂੰ ਚੌਰ ਵੀ ਚਲਾਵੀਂ, ਤੂੰ ਸਰੀਰ ਨੂੰ ਕਸ਼ਟ ਦੇ ਸਕਦਾ ਹੈ, ਸਾਡੇ ਅੰਦਰ ਨੂੰ ਨਹੀਂ ਡੁਲਾ ਸਕਦਾ ਹੈ, ਸਾਡੇ ਅੰਦਰਲੇ ਸਹਿਜ ਨੂੰ, ਸਾਡੀ ਅੰਦਰਲੀ ਸ਼ਾਂਤੀ ਨੂੰ, ਸਾਡੀ ਆਤਮਿਕ ਅਡੋਲਤਾ ਨੂੰ ਤੂੰ ਸਾਨੂੰ ਕਦੇ ਵੀ ਨਹੀਂ ਦੇਖ ਸਕਦਾ ਹੈ। ਮੇਰੇ ਚੱਲੂ ਗੁੱਸੇ ਚਾਣ ਕੇ ਸਿਪਾਹੀਆਂ ਨੂੰ ਕਹਿੰਦਾ ਫੜੋ ਹੈ ਬਿਠਾਓ ਸਿੱਖਾਂ ਦੇ ਗੁਰੂ ਨੂੰ ਲੋਹ ਦੇ ਉੱਪਰ। ਮਹਾਰਾਜ ਕਹਿੰਦੇ ਹੱਥ ਕਰਕੇ ਕਹਿੰਦੇ ਨਹੀਂ ਫੜ ਕੇ ਬਿਠਾਉਣ ਦੀ ਲੋੜ ਨਹੀਂ। ਗੁਰਮੁਖ ਸਾਡੇ ਨਿੱਕਾ ਜਿਹਾ ਜ਼ਖਮ ਹੋਵੇ ਤੇ ਬੰਦੇ ਤੋਂ ਤੁਰਿਆ ਨਹੀਂ ਜਾਂਦਾ। ਉਹਨਾਂ ਨੇ ਫਿਰ ਵੀ ਬਾਹਾਂ ਤੋਂ ਫੜਿਆ ਗੁਰੂ ਅਰਜਨ ਸਾਹਿਬ ਜੀ ਨੂੰ। ਤੇ ਜਦੋਂ ਲੋਹ ਦੇ ਨੇੜੇ ਕਹਿੰਦਾ ਤਾਂ ਸੇਕ ਅੱਗ ਦਾ ਜੇਠ ਦਾ ਮਹੀਨਾ ਅੱਗ ਬਲਦੀ ਹੋਵੇ ਦੂਰ ਤੱਕ ਸੇਕ ਪੈਂਦਾ। ਜਦੋਂ ਸੇਕ ਉਹਨਾਂ ਦੇ ਮੂੰਹ ਨੂੰ ਪਿਆ ਨਾ ਮਹਾਰਾਜ ਦੀਆਂ ਬਾਹਾਂ ਛੱਡ ਦਿੱਤੀਆਂ ਉਹਨਾਂ ਨੇ। ਆਪ ਅੱਗ ਦੇ ਨੇੜੇ ਕਿੱਥੇ ਹੋਣਾ ਚਾਹੁੰਦੇ ਹਨ। ਮਹਾਰਾਜ ਦੀਆਂ ਬਾਹਾਂ ਛੱਡ ਦਿੱਤੀਆਂ। ਮਹਾਰਾਜ ਤੁਰ ਕੇ ਲੋਹ ਦੇ ਕੋਲ ਗਏ। ਉਹ ਵੱਲ ਵੇਖ ਕੇ ਨਾ ਮਹਾਰਾਜ ਖੜ ਕੇ ਰੁਕ ਗਏ। ਜਦੋਂ ਦੂਰ ਖੜਾ ਕਹਿੰਦਾ ਮਹਾਰਾਜ ਜੀ ਤੁਸੀਂ ਕੱਲ ਪਰਸੋਂ ਤੋਂ ਮੰਨ ਜਾਂਦੇ ਨਾ ਤੇ ਤੁਹਾਨੂੰ ਮੈਂ ਉੱਪਰਲੀ ਦੇਗ 'ਚ ਨਹੀਂ ਬਿਠਾਉਣਾ। ਨਹੀਂ ਤੁਹਾਡੇ ਜ਼ਖਮਾਂ ਤੇ ਮੈਂ ਇਹ ਤੱਤੀ ਗਰਮ ਰੇਤਾ ਪਾਉਣੀ ਨਹੀਂ। ਅੱਜ ਇੰਨਾ ਪ੍ਰਬੰਧ ਮੈਨੂੰ ਕਰਨਾ ਪੈਣਾ। ਹੁਣ ਵੀ ਤੁਸੀਂ ਮੰਨਣ ਲਈ ਤਿਆਰ ਹੋਈ ਗਏ, ਡਰ ਗਏ ਹੋ ਨਾ। ਤੇ ਮਹਾਰਾਜ ਲੋਹ ਦੇ ਕੋਲ ਸੇਕ ਤੇ ਉੱਥੇ ਵੀ ਬੜਾ ਪੈਂਦਾ ਹੋਏਗਾ। ਲੋਹ ਦੇ ਕੋਲ ਖੜਿਆ ਵੀ ਮਹਾਰਾਜ ਨੇ ਕਿਹਾ ਚੱਲੂ ਅਸੀਂ ਕੋਈ ਡਰੇ ਨਹੀਂ, ਨਾ ਹੀ ਕੋਈ ਫੈਸਲਾ ਬਦਲਣ ਵਾਲੇ ਆ। ਅਸੀਂ ਜਿੰਨੀ ਗਰਮ ਲੋਹ ਤੇ ਸੋਚਿਆ ਸੀ ਬੈਠਣਾ ਚੱਲੂ ਅਜੇ ਉਨੀ ਲੋਹ ਗਰਮ ਹੋਈ ਨਹੀਂ। ਇਹਨੂੰ 4 ਪਣ ਬਾਲਣ ਹਜੇ ਹੋਰ ਥੱਲੇ ਡਾਉਣਾ ਪੈਣਾ, ਫਿਰ ਸਾਨੂੰ ਬੈਠਣ ਦਾ ਆਨੰਦ ਆਏਗਾ। ਮਹਾਰਾਜ ਕਹਿੰਦੇ ਉੱਥੇ ਕੋਲ ਖੜ ਕੇ ਕਹਿੰਦੇ ਅੱਗ ਅੱਜ ਜਿੰਨਾ ਲੋਹ ਨੂੰ ਗਰਮ ਕਰ ਸਕਦੀ ਆ ਤੂੰ ਆਪਣਾ ਜ਼ੋਰ ਲਾ ਕੇ ਅੱਜ ਲੋਹ ਨੂੰ ਗਰਮ ਕਰ। ਲੋਹ ਅੱਜ ਜਿੰਨਾ ਗਰਮ ਹੋ ਸਕਦੀ, ਲੋਹਾ ਜਿੰਨਾ ਗਰਮ ਹੋ ਸਕਦਾ ਅੱਜ ਗਰਮ ਹੋ। ਅੱਜ ਅਸੀਂ ਇੱਕ ਨੀਂਹ ਰੱਖਣੀ ਹੈ, ਜਿੰਨੀ ਅੱਗ ਗਰਮ ਹੋਏਗੀ ਉਨੀ ਜ਼ਿਆਦਾ ਡੂੰਘੀ, ਜਿੰਨੀ ਲੋਹ ਤੱਤੀ ਹੋਏਗੀ ਉਨੀ ਜ਼ਿਆਦਾ ਡੂੰਘੀ ਨੀਂਹ ਰੱਖੇਗੀ। ਮਹਾਰਾਜ ਨੇ ਸ਼ਹਾਦਤ ਦੀ ਨੀਂਹ ਰੱਖੀ ਉਹਦੇ ਬੈਠ ਕੇ। ਮਹਾਰਾਜ ਡਰੇ ਟੋਲੇ ਘਬਰਾਏ ਨੇ। ਗਿਆਨੀ ਗਿਆਨ ਸਿੰਘ ਕਹਿੰਦੇ ਖੱਬਾ ਚਰਨ ਮਹਾਰਾਜ ਨੇ ਲੋਹ ਤੇ ਰੱਖਿਆ, ਮਾਸ ਚਿਰ ਕਰਕੇ ਸੜਿਆ ਜੀ। ਸਰੀਰ ਤੇ ਸਰੀਰ ਹੀ ਹੈ, ਸਮੈਲ ਸਿੱਖਾਂ ਤੱਕ ਪਹੁੰਚੀ। ਜਦੋਂ ਮਾਸ ਦੀ ਸਮੈਲ ਕਿਤੇ ਮਾਸ ਸੜਦਾ ਹੈ ਨਾ ਦੂਰ ਤੱਕ ਸਮੈਲ ਜਾਂਦੀ ਹੈ। ਮਹਾਰਾਜ ਨੇ ਫਿਰ ਸੱਜਾ ਚਰਨ ਰੱਖਿਆ, ਹੱਥ ਲਾ ਕੇ ਲੋਹ ਤੇ ਮਹਾਰਾਜ ਉਧਰ ਨੂੰ ਮੁੱਖ ਕਰਕੇ ਬੈਠਦੇ ਜਿੱਧਰ ਅੱਗ ਬਲ ਰਹੀ ਹੈ। ਲੋਹ ਤੇ ਬੈਠਣਾ ਆ ਗੁਰਮੁਖੋ ਜੇਠ ਦਾ ਮਹੀਨਾ ਹੈ ਕਿ ਗੈਸ ਤੇ ਭੈਣ ਨੇ ਚਾਹ ਬਣਾਉਣੀ ਹੋਵੇ ਨਾ ਤੇ ਚਾਹ ਰੱਖ ਕੇ ਬਾਹਰ ਨਿਕਲ ਜਾਂਦੀ ਹੈ। ਸੇਕ ਬੜਾ ਰਸੋਈ 'ਚ ਪੈਂਦਾ ਹੈ ਤੇ ਲੋਹ ਤੇ ਬੈਠਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਤੇ ਹੁਣ ਮਹਾਰਾਜ ਲੋਹ ਤੇ ਬੈਠਦਿਆਂ ਸਨ ਮਹਾਰਾਜ ਨੇ ਲੋਹ ਤੇ ਬੈਠਿਆ ਗਿਆ ਦੁੱਖ ਨਾਹੀ ਸਭ ਸੁਖ ਹੀ ਹੈ ਰੇ ਏਕੈ ਨੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ। ਸਭ ਜੇਤੇ ਮਹਾਰਾਜ ਨੇ ਲੋਹ ਤੇ ਬੈਠ ਕੇ ਕਿਹਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਮਹਾਰਾਜ ਨੇ ਲੋਹ ਤੇ ਬੈਠ ਕੇ ਗਾਉਂਦੇ ਰਹੇ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਜਿੰਦੇ ਤੂੰ ਰੱਬ ਦੇ ਮਿੱਠੇ ਗੋਣੀ ਗਾ। ਸਰੀਰ ਨੂੰ ਕਸ਼ਟ ਹੈ, ਸਰੀਰ ਦੇ ਕਸ਼ਟ ਦੀ ਪਰਵਾਹ ਨਹੀਂ। ਇੱਕ ਦਿਨ ਸਰੀਰ ਨੇ ਅੱਗ ਤੇ ਟਿਕਣਾ ਹੈ। ਉਹ ਦੂਸਰਿਆਂ ਦੇ ਸਰੀਰ ਚੋਂ ਜਿੰਦ ਨਿਕਲਣ ਤੋਂ ਬਾਅਦ ਅੱਗ ਤੇ ਟਿਕਾਇਆ ਜਾਂਦਾ ਹੈ। ਮਹਾਰਾਜ ਕਹਿੰਦੇ ਸੂਰਮਾ ਤੇ ਉਹ ਹੈ ਸਰੀਰ 'ਚ ਜਿੰਦ ਹੁੰਦਿਆ ਵੀ ਜਿਹੜਾ ਤਵੀ ਤੇ ਚੌਕੜਾ ਮਾਰ ਕੇ ਬੈਠ ਜਾਂਦਾ ਹੈ। ਫਿਰ ਵੀ ਤੇ ਇਸ ਸਰੀਰ ਨੂੰ ਅੱਗ ਤੇ ਟਿਕਾਉਣਾ ਹੈ ਨਾ। ਮਹਾਰਾਜ ਬਾਣੀ ਪੜ੍ਹਦੇ ਰਹੇ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਮਹਾਰਾਜ ਗਾਉਂਦੇ ਰਹੇ ਉਹ ਲਾਹਨ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ। ਇਹਨਾਂ ਪਾਪੀਆਂ ਨੂੰ ਤਰਸ ਕੀ ਆਉਣਾ ਸੀ ਪੁਰਤਜਾ ਖਾਨ ਚੱਲੂ ਵਰਗਿਆਂ ਨੂੰ। ਇਹਨਾਂ ਨੇ ਗੁਰਦਿੱਤੇ ਭੁੱਜੇ ਨੂੰ ਇਸ਼ਾਰਾ ਕੀਤਾ ਕਹਿੰਦੇ ਹੋਏ ਭਰ ਕੜਛੇ ਰੇਤਾ ਦੇ ਜਿਹੜੀ ਭੁੱਜੀ ਹੋਈ ਰੇਤਾ ਹੈ ਤੇ ਮਹਾਰਾਜ ਦੇ ਸੀਸ ਤੇ ਲਿਆ ਕੇ ਗਿਆਨੀ ਗਿਆਨ ਸਿੰਘ ਕਹਿੰਦੇ ਸਿੱਖੋ ਮਹਾਰਾਜ ਦੇ ਸੀਸ ਤੇ ਇਹਨਾਂ ਨੇ ਰੇਤ ਪਾਉਣੀ ਸੀ। ਇਹਦਾ ਮਤਲਬ ਹੈ ਮਹਾਰਾਜ ਦੀ ਦਸਤਾਰ ਤੇ ਲੁਹਾਈ ਹੋਏਗੀ ਨਾ। ਦਸਤਾਰ ਤੇ ਰੇਤਾ ਪਾਉਣ ਦਾ ਮਤਲਬ ਵੀ ਰੇਤਾ ਪਾਉਣੀ ਹੈ ਨਾ ਦਸਤਾਰ ਤੇ ਥੋੜੀ ਭਰ ਕੇ ਇਹਨਾਂ ਨੇ ਕੜਛੇ ਪਾਏ ਹੋਣਗੇ। ਜੇ ਤੁਸੀਂ ਸੁਰਤ ਲਿਜਾਓ ਲਾਹੌਰ
ਤੇ ਮਹਾਰਾਜ ਦੇ ਸੀਸ ਤੋਂ ਦਸਤਾਰ ਲੱਥੀ ਹੈ, ਅੱਗ ਦੀਆਂ ਲਾਟਾਂ ਮਹਾਰਾਜ ਦੇ ਸੀਸ ਤੋਂ ਉੱਪਰ ਜਾਂਦੀਆਂ। ਇਹਦਾ ਮਤਲਬ ਮਹਾਰਾਜ ਦੇ ਕੇਸਾਂ ਨੂੰ ਅੱਗ ਨੇ ਜ਼ਰੂਰ ਪਕੜਿਆ ਹੋਏਗਾ, ਕੇਸ ਤੇ ਸੜੇ ਹੀ ਹੋਣਗੇ। ਮਹਾਰਾਜ ਦੇ ਦਾੜੇ ਨੂੰ ਜ਼ਰੂਰ ਅੱਗ ਨੇ ਝੁਲਸਿਆ ਹੋਏਗਾ। ਫਿਰ ਮਹਾਰਾਜ ਦੇ ਨੰਗੇ ਸੀਸ ਦੇ ਉੱਪਰ ਭਰ ਭਰ ਕੇ ਕੜਛੇ ਰੇਤਾਂ ਦੇ, ਗਰਭ ਰੇਤਾਂ ਦੇ ਇਹਨਾਂ ਨੇ ਪਾਏ। ਮਹਾਰਾਜ ਬਾਣੀ ਪੜ੍ਹਦੇ ਨੇ, ਮਹਾਰਾਜ ਰੱਬ ਦੇ ਗੁਣ ਗਾਉਂਦੇ ਨੇ। ਜਦੋਂ ਮਹਾਰਾਜ ਦਾ ਸਰੀਰ ਪੂਰੀ ਤਰ੍ਹਾਂ ਹੱਡੀਆਂ ਮਾਸ ਨੂੰ ਛੱਡ ਗਈਆਂ, ਫਿਰ ਚੰਦੂ ਨੇ ਵੇਖਿਆ ਕਿ ਮਹਾਰਾਜ ਦਾ ਸਰੀਰ ਇਹੋ ਜਿਹਾ। ਫਿਰ ਅੱਗ ਦੀਆਂ ਲੱਕੜਾਂ ਉਹ ਜਿਹੜੀ ਅੱਗ ਬਾਦੀ ਲੱਕੜਾਂ ਬਾਹਰ ਖਿੱਚੀਆਂ ਗਈਆਂ, ਲੋਹ ਦੇ ਚੋਰ ਦੇ ਵਿੱਚੋਂ ਲੱਕੜਾਂ ਬਾਹਰ ਖਿੱਚੀਆਂ। ਸਿੱਖਾਂ ਦੇ ਰੱਸੇ ਖੋਲ ਕੇ ਚੰਦੂ ਕਹਿੰਦੇ, ਮੁਰਤਜ਼ਾ ਖਾਂ ਕਹਿੰਦੇ, ਇਹਦਾ ਸਿੱਖੋ ਲਾ ਲਓ ਆਪਣੇ ਗੁਰੂ ਨੂੰ ਲੋਹ ਦੇ ਉੱਪਰੋਂ। ਇਤਿਹਾਸ ਕਹਿੰਦੇ ਸਿੱਖ ਲੋਹ ਤੋਂ ਲਾਉਣ ਵੱਲ ਲੱਗੇ ਮਹਾਰਾਜ ਨੂੰ। ਜਦੋਂ ਸਿੱਖਾਂ ਨੇ ਹੱਥ ਪਾਇਆ ਨਾ ਗੁਰੂ ਸਾਹਿਬ ਦੇ ਸਰੀਰ ਨੂੰ, ਮਹਾਰਾਜ ਦਾ ਮਾਸ ਸਿੱਖਾਂ ਦੇ ਹੱਥਾਂ 'ਚ ਰੋਗ ਭਰੇ ਗਏ, ਕਿਉਂਕਿ ਹੱਡਾਂ ਨਾਲੋਂ ਮਾਸ ਪਕੜ ਛੱਡ ਚੁੱਕਾ ਸੀ, ਹੱਡਾਂ ਨਾਲੋਂ ਮਾਸ ਲੱਗ ਹੋ ਚੁੱਕਾ ਹੈ। ਸਿੱਖਾਂ ਦੇ ਰੋਗ ਭਰੇ ਗਏ। ਫਿਰ ਸਿੱਖਾਂ ਨੇ ਇੱਕ ਖੇਸ ਲਿਆਂਦਾ ਜੀ, ਹੱਥ ਨਾ ਪਿਆ ਮਹਾਰਾਜ ਦੇ ਸਰੀਰ ਤੇ, ਮਾਸ ਹੀ ਹੱਥ 'ਚ ਆ ਜਾਂਦਾ ਸੀ। ਫਿਰ ਇਹਨਾਂ ਨੇ ਇੱਕ ਖੇਸ ਲਿਆ, ਮਹਾਰਾਜ ਦੇ ਸੀਸ ਦੇ ਦੁਆਲੇ ਖੇਸ ਲਪੇਟਿਆ। ਮਹਾਰਾਜ ਚੌਂਕੜੀ ਲਾ ਕੇ ਬੈਠੇ ਨਾ, ਚੌਂਕੜੀ ਲਾ ਕੇ ਗੋਡੇ ਸਾਡੇ ਥੋੜੇ ਜਿਹੇ ਉੱਪਰ ਹੁੰਦੇ ਨੇ, ਮਹਾਰਾਜ ਦੇ ਗੋਡਿਆਂ ਦੇ ਥੱਲੇੋਂ ਫਿਰ ਖੇਸ ਪਾਇਆ। ਮਹਾਰਾਜ ਦੀ ਪਿੱਠ ਦੇ ਦੁਆਲਿਓਂ ਖੇਸ ਪਾਇਆ ਤੇ ਖੇਸ ਨੂੰ ਹੱਥ ਪਾ ਕੇ ਝੁੱਕ ਕੇ ਮਹਾਰਾਜ ਨੂੰ ਲੋਹ ਤੋਂ ਲਾਇਆ। ਮਹਾਰਾਜ ਨੂੰ ਥੱਲੇ ਖੜਿਆ ਕੀਤਾ, ਲੈ ਕੇ ਚੱਲੇ ਕਮਰੇ 'ਚ ਮਹਾਰਾਜ ਨੂੰ ਬਿਠਾਉਣਾ ਸੀ। ਜਦੋਂ ਲੈ ਕੇ ਚੱਲੇ ਨਾ, ਗਿਆਨੀ ਗਿਆਨ ਸਿੰਘ ਕਹਿੰਦੇ, ਸਿੱਖੋ ਮਹਾਰਾਜ ਦਾ ਮੋਢਿਆਂ ਤੱਕ ਦਾ ਮਾਸ ਜਦੋਂ ਮਹਾਰਾਜ ਤੁਰੇ ਨਾ, ਗਿੱਟਿਆਂ ਨਾਲ ਢੇਰੀ ਲੱਗ ਗਿਆ। ਮਹਾਰਾਜ ਦੇ ਸਵਾਸ ਚੱਲਦੇ ਹਨ ਤੇ ਮਹਾਰਾਜ ਦੇ ਹੱਡ ਸਾਰੇ ਨੰਗੇ ਹੋ ਗਏ, ਮਾਸ ਦਬ ਕੇ ਗਿੱਟਿਆਂ ਨਾਲ ਢੇਰੀ ਲੱਗ ਗਿਆ। ਚੰਦੂ ਹੋਰੀ ਡਰ ਕੇ ਮੁਰਤਜ਼ਾ ਖਾਂ ਨੇ, ਜੇ ਇਹੋ ਜਿਹਾ ਸਰੀਰ ਬਾਹਰਲੇ ਸਿੱਖਾਂ ਨੇ ਵੇਖ ਲਿਆ, ਉਹਨਾਂ ਨੇ ਲਾਹੌਰ ਦਾ ਬਲੀਆ ਪਿੰਡ ਕਰ ਦੇਣਾ। ਫਿਰ ਉਹਨੇ ਚ ਨੂੰ ਰਾਤ ਪੈ ਗਈ, ਉਸੇ ਖੇਸ 'ਚ ਮਹਾਰਾਜ ਦਾ ਸਰੀਰ ਪੰਡ ਬੰਨਿਆ ਫਿਰ ਇਹਨਾਂ ਪਾਪੀਆਂ ਨੇ। ਇਸ ਗੱਲ ਤੇ ਗਵਾਹੀ ਭਾਈ ਗੁਰਦਾਸ ਜੀ ਦੀ ਵਾਰ ਦੀ ਇੱਕ ਪੌੜੀ ਭਰਦੀ ਹੈ। ਉਹਨਾਂ ਨੇ ਕਿਹਾ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ। ਪਰ ਬਾਣੀ ਦੇ ਅਰਥ ਨਹੀਂ ਕਰ ਸਕਾਂਗਾ, ਸਮੇਂ ਦੀ ਸਮਾਪਤੀ ਹੋ ਚੱਲੀ ਹੈ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਪਰ ਬਾਣੀ, ਦਰਸ਼ਨ ਦੇਵ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਦਿਹਾਣੀ। ਗੁਰ ਉਪਦੇਸ਼ ਨਾ ਵਿਸਰੈ ਬੀਹੇ ਜਿਉ ਆਖ ਬਖਾਣੀ। ਗੁਰਮੁਖ ਸੁਖ ਫਲ ਪਿਰਤ ਰਸ ਸਹਿਜ ਸਮਾਦ ਸਾਧ ਸੰਗ ਜਾਣੀ। ਗੁਰ ਅਰਜੁਨ ਬਿਟੋ ਕੁਰਬਾਨੀ। ਕਈ ਸਿੱਖਾਂ ਨੇ ਲਿਖਿਆ, ਕਹਿਣ ਲੱਗੇ ਮਹਾਰਾਜ ਨੇ ਕਿਹਾ ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਗੁਰਮੁਖ ਕਾਰਿਓ। ਕਈ ਵਿਦਵਾਨ ਕਹਿੰਦੇ ਮਹਾਰਾਜ ਦਾ ਸਰੀਰ ਜਪਜੀ ਸਾਹਿਬ ਦਾ ਪਾਠ ਕਰਨ ਦੇ ਯੋਗ ਨਹੀਂ ਸੀ, ਮਹਾਰਾਜ ਨੇ ਨਹੀਂ ਹੀ ਕਿਹਾ। ਇਹਨਾਂ ਨੇ ਪੰਡ ਮੰਨਿਆ। ਜੇ ਆਪਾਂ ਇਹ ਗੱਲ ਕਹੀਏ ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਨਾ ਔਰ ਇਸ਼ਨਾਨ ਕਰਨਾ ਚਾਹੁੰਦੇ ਹਨ, ਮਹਾਰਾਜ ਦਾ ਸਰੀਰ ਇਸ਼ਨਾਨ ਕਰਨਾ, ਕਿਸੇ ਦੇ ਸਰੀਰ ਤੇ ਸੇਕ ਲੱਗਾ ਹੋਵੇ ਨਾ ਤੇ ਡਾਕਟਰ ਕਹਿੰਦੇ ਪਾਣੀ ਤੋਂ ਬਚਾ ਕੇ ਰੱਖਣਾ। ਤੇ ਇਤਿਹਾਸਕਾਰ ਕਹਿੰਦੇ ਪਾਣੀ 'ਚ ਡੁੱਬਣਾ ਚਾਹੁੰਦੇ ਹਨ, ਕਹਿੰਦੇ ਵੀ ਸਰੀਰ ਸੜਿਆ ਹੋਇਆ ਨੇ, ਠੰਡੇ ਰਾਵੀ ਦੇ ਪਾਣੀ 'ਚ ਪਾ ਦਿਓ, ਮਹਾਰਾਜ ਹੋਰ ਤਕਲੀਫ ਮਹਿਸੂਸ ਕਰਨਗੇ। ਇਹਨਾਂ ਨੇ ਖੇਸ 'ਚ ਪੰਡ ਬੰਨੀ, ਮਹਾਰਾਜ ਨੂੰ ਰਾਵੀ ਦੇ ਵਿੱਚ ਰੋੜ ਦਿੱਤਾ। ਰਹਿੰਦੇ ਗੁਰ ਦਰਿਆਓ ਵਿੱਚ ਮਹਾਰਾਜ ਫਿਰ ਰਾਵੀ ਦੀਆਂ ਲਹਿਰਾਂ ਦੇ ਵਿੱਚ ਸਦਾ ਵਾਸਤੇ ਸ਼ਾਂਤ ਹੋ ਗਏ। ਉੱਥੇ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਬਣਿਆ, ਬਿਲਕੁਲ ਰਾਵੀ ਦੇ ਕੰਢੇ ਦੇ ਉੱਪਰ। ਭਗਤ ਪੂਰਨ ਸਿੰਘ ਜੀ ਉੱਥੇ ਜਾ ਕੇ ਸੇਵਾਵਾਂ ਨਿਭਾਉਂਦੇ ਗਏ। ਸਤਿਗੁਰੂ ਜੀ ਅੱਜ ਦੇ ਜਿਹੜੇ ਜੋਤੀ ਜੋਤ ਰਵੀ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਗੁਰ ਕਿਰਪਾ ਜਿਹ ਨਾਲਕੋ ਕੀਨੀ ਤੇਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਬੇਵਸਿਓ ਜਿਉ ਪਾਣੀ ਸੰਗ ਪਾਣੀ ਪਵਨੇ ਮੈਂ ਪਵਨ ਸਮਾਇਆ। ਜੋਤੀ ਪਹਿ ਜੋਤ ਰਲ ਜਾਇਆ ਉਦਕ ਸੁਕੁੰਦ ਸਦਲ ਕੀ ਸਾਖਿਆ। ਨਦੀ ਤਰੰਗ ਸਮਾਵੇਗੇ ਸੁਣਨੇ ਸੁਣ ਮਿਲਿਆ ਸਭ ਦਰਸੀ। ਪਵਨ ਰੂਪ ਹੋਏ ਜਾਵੇਂਗੇ ਬਹੁਤ ਹਮ ਕਾਹੇ ਆਵੇਂਗੇ। ਮਹਾਰਾਜ ਦਾ ਪੰਜ ਤੱਤਾਂ ਦਾ ਸਰੀਰ ਪੰਜ ਤੱਤਾਂ 'ਚ ਲੀਨ ਹੋ ਗਿਆ। ਮਹਾਰਾਜ ਫਿਰ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ 'ਤੇ ਸਥਾਪਿਤ ਹੁੰਦੇ ਹੈ। ਫਿਰ ਮਹਾਰਾਜ ਸ਼ਸਤਰਧਾਰੀ ਹੁੰਦੇ ਹੈ, ਸਾਨੂੰ ਸ਼ਸਤਰਧਾਰੀ ਹੋਣ ਦੀ ਪ੍ਰੇਰਨਾ ਕਰਦੇ ਹੈ। ਅੱਜ ਦੇ ਜਿਹੜੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਆ। ਬੜੇ ਕਸੀਏ ਕਸ਼ਟ ਝੱਲ ਕੇ ਸ਼ਹਾਦਤ ਦਾ ਜਾਪ ਕੀਤਾ। ਗੁਰਪੁਰਬ ਜਿੰਨਾ ਵੱਡਾ ਸ਼ਹੀਦੀ ਦਿਹਾੜਾ ਹੈ ਨਾ, ਉਹਨੇ ਵੱਡੇ ਪੱਧਰ 'ਤੇ ਅਸੀਂ ਮਨਾ ਨਹੀਂ ਸਕਦੇ। ਅੱਗੇ ਭਾਵਨਾ ਹੁੰਦੀ ਹੀ ਹੈ ਕਿ ਬਿਲਕੁਲ ਨਹੀਂ। ਮੈਨੂੰ ਇੱਕ ਕਾਕਾ ਕਹਿ ਰਿਹਾ ਸੀ, ਕਹਿੰਦਾ ਬਾਬਾ ਜੀ ਅੱਜ ਕਿੱਥੇ ਜਾ ਰਹੇ ਪ੍ਰੋਗਰਾਮ 'ਤੇ? ਮਹਾ ਇੱਕ
जगह इतिहास की पत्नी उन्होंने भी कल फोन किया कि माफ करना नहीं तो इन्होंने दिहाड़ियों से प्रचार का कोई टाइम नहीं होता गुरमुख अं किरत कर नाम बड़ी है जे आ दिहाड़े भी नहीं बना सकते तो अं गर्क हो जाना एक दिन सच दाड़े जिस दिन साढ़े पहले शहीद ने गुरु अर्जन साहब जी तो शहादत का कारण ये नहीं है भी महाराज ने कोई निजी अपनी प्रॉपर्टी बचाने वास्ते महाराज ने शहादत दी थी गुरमुख को बड़ी वड्डी पद्धर से सानू मस्या च निहादरी चाहिए सी गुरु चरणों के अंदर अं देड़ा जुड़ के असी शहादत ना जुड़ सके अं गुरपुरबां नाल जुड़ सके वड्डी पद्धर से सानू दिहाड़ा मनाना चाहिए सी साडा दुखांत है असी एक किरत घट बन के अभी अपनी डेरिया को याद नहीं करते जोड़े अपना इतिहास भुल जाते कौमां एक दिन गर्क हो जाती अं इतिहास को जीवित रखना है सुरजीत रखना है वड्डे पद्धर से मैंने कोई गुरमुख प्यारा इतने मिलिया भी सैदा तो रस्ते च हो गया मैं कहा कोई मना रहे पिंड च कहते जी नहीं अपने पिंड में साढ़े बाबा जी पटना साहब गए हैं तो मैं एक दिन फोन किया कोई पटन लग फिर अगली गल नहीं उन्होंने कही भी शहीदी दिहाड़ा मनाओ पिंड च सानू मनाना चाहिए वड्डे पद्धर से अं अज निकलते जा रहे दास माफ करना मैंने बेनती करनी पै रही है बहुत वड्डा ये दिहाड़ा कभी शबील ला के नहीं इतिहास को जागू होने की जरूरत है इनिया को बेनतियां कुर्बान करनिया जी सतगुरां दे शहीदी दिहाड़े की सभी महाराज के चरणों में प्रणाम है महाराज जी कृपा करो साडियां जमीरां ना फिर भी जगाओ अं बड़े पद्धर पर तुहाडे इन्हां दिहाड़ियां ते गुरु घरां च आदमियां पा सकीए ये आप जी बख्शिश वरताओ भी होना है भुला चुका खता जी महाराज की वडियाई च बोलते हैं शब्द की विचार करदे देखा तरह भुला हो गया होनियां जी संगत के संगत को बख्श योग बख्श देना जी वाहिगुरू जी का खालसा वाहिगुरू जी की फतेह।